अमृत काल में देश के गांव, देश के किसान के सामर्थ्य को बढ़ाने के लिए अब देश के कोऑपरेटिव सेक्टर की भूमिका बहुत बड़ी होने वाली है। सरकार और सहकार मिलकर विकसित भारत, आत्मनिर्भर भारत के संकल्प को डबल मजबूती देंगे। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹ ਸੁਪਨਾ ਜੁੜਿਆ ਹੈ ਪੇਂਡੂ ਭਾਰਤ ਦੇ ਵਿਕਾਸ ਦੇ ਨਾਲ। ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਰਸਤਾ ਵੀ ਉਹਨਾਂ ਨੇ ਦੱਸਿਆ ਹੈ, ਸਹਿਕਾਰਿਤਾ ਰਾਹੀਂ ਖੁਸ਼ਹਾਲੀ। ਮੋਦੀ ਸਰਕਾਰ ਸਹਿਕਾਰਤਾ ਨੂੰ ਵਿਕਾਸ ਦਾ ਕੇਂਦਰ ਬਣਾਉਣਾ ਚਾਹੁੰਦੀ ਹੈ ਅਤੇ ਉਹਨਾਂ ਦੇ ਅਨੁਸਾਰ ਉਸ ਤੱਕ ਪਹੁੰਚਣ ਦਾ ਜ਼ਰੀਆ ਹੈ ਪੈਕਸ ਅਤੇ ਲੈਂਪਸ। ਪੈਕਸ ਅਤੇ ਲੈਂਪਸ ਪਿੰਡ ਪੱਧਰ ਦੀਆਂ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ ਹਨ ਜੋ ਖੇਤੀਬਾੜੀ ਅਤੇ ਖੇਤੀਬਾੜੀ ਆਧਾਰਿਤ ਵੱਧ ਗਤੀਵਿਧੀਆਂ ਲਈ ਕਿਸਾਨਾਂ ਨੂੰ ਛੋਟੀ ਮਿਆਦ ਅਤੇ ਮੱਧਮ ਮਿਆਦ ਦੇ ਖੇਤੀਬਾੜੀ ਲਈ ਕਰਜ਼ੇ ਪ੍ਰਦਾਨ ਕਰਦੀਆਂ ਹਨ। ਸੰਨ 1904 ਵਿੱਚ ਦੱਖਣੀ ਭਾਰਤ ਵਿੱਚ ਪਹਿਲੀ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਦੀ ਸਥਾਪਨਾ ਨਾਲ ਦੇਸ਼ ਵਿੱਚ ਸ਼ੁਰੂ ਹੋਈ ਸਹਿਕਾਰਿਤਾ ਅੰਦੋਲਨ ਦੀ ਕਈ ਮਹੱਤਵਪੂਰਨ ਪ੍ਰਾਪਤੀਆਂ ਹੋਈਆਂ ਹਨ। ਸਹਿਕਾਰਿਤਾ ਅੰਦੋਲਨ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਦੇਸ਼ ਭਰ ਵਿੱਚ ਦੁਹਰਾਉਣ ਲਈ ਮੋਦੀ ਸਰਕਾਰ ਇਸ ਸਾਲ ਦੇ ਬਜਟ ਵਿੱਚ ਕਈ ਵਿਸ਼ੇਸ਼ ਇੰਤਜ਼ਾਮ ਕਰਕੇ पैक्स ਦੀ ਵਿਹਾਰਕਤਾ ਨੂੰ ਵਧਾਉਣ ਦੀ ਕੋशिश कर रही है। पहले हमें बीज खाद लेने के लिए साहूकार से कर्जा लेना पड़ता था और उसका ब्याज बहुत ज़्यादा होता था, लेकिन यहाँ हमें खाद बीज के लिए तुरंत लोन उपलब्ध कर देते हैं। पैक्स से हमको इस फ़ायदा मिल रहा है कि वहाँ से हमको बीज मिलता है और वहाँ से खाद भी मिलता है, तो वही बीज को हम लोग यहाँ ला करके लगाते हैं और उसी से हम लोग जीविका चलाते हैं। ਇਸ ਤੋਂ ਇਲਾਵਾ ਉਹਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਅਤੇ ਜਨ ਔਸ਼ਧੀ ਕੇਂਦਰਾਂ ਵਜੋਂ ਵੀ ਕੰਮ ਕਰਨ ਲਈ ਸਮਰੱਥ ਬਣਾਇਆ ਜਾ ਰਿਹਾ ਹੈ। ਇਸ ਕ੍ਰਮ ਵਿੱਚ ਹੁਣ ਦੇਸ਼ ਦੇ ਸਾਰੇ ਪੈਕਸ CSC ਕੇਂਦਰ ਦਾ ਕੰਮ ਵੀ ਕਰਨਗੇ ਅਤੇ ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਦੇ ਜ਼ਰੀਏ ਪੇਂਡੂ ਭਾਰਤ ਦੇ ਚਿਹਰੇ ਤੇ ਖੁਸ਼ੀ ਲਿਆਉਣ ਦਾ ਸੁਪਨਾ पूरा करेंगे। 20 अलग अलग प्रकार के कामों को पैक्स के साथ जोड़ा गया है और वो 20 कामों में सबसे पहला और महत्वपूर्ण काम है CSC का दर्जा पैक्स को देना और CSC की सुविधाएं ग्रामीण जनों तक पैक्स के माध्यम से पहुंचाना। जब पैक्स CSC से भी युक्त होंगे और पैक्स FPO भी बनेंगे, पैक्स गैस का वितरण का भी काम करेंगे, पैक्स सस्ता अनाज की दुकान को भी धारण कर पाएंगे, पैक्स पेट्रोल पंप भी चला पाएंगे, पैक्स भंडारण का भी काम करेंगे। तो ये मल्टी डायमेंशनल बहुउद्देशीय जो पैक्स की रचना है वो पैक्स को वायबल बनाएगी। CSC SVV ਦੇਸ਼ ਦੇ ਪੇਂਡੂ ਭਾਰਤ ਵਿੱਚ IT ਸੇਵਾਵਾਂ ਅਤੇ ਇਨਫਰਾਸਟ੍ਰਕਚਰ ਦੀ ਰੀੜ ਹੈ। ਇਹਨਾਂ ਸੈਂਟਰਾਂ ਰਾਹੀਂ ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਦੀਆਂ ਤਕਰੀਬਨ 300 ਤੋਂ ਵੱਧ ਸੇਵਾਵਾਂ ਦੀ ਡਿਜੀਟਲ ਡਿਲੀਵਰੀ ਕੀਤੀ ਜਾਂਦੀ ਹੈ, ਜਿਵੇਂ ਕਿ ਟੈਲੀ ਨਾਂ ਰਾਹੀਂ ਸਮਾਜ ਦੇ ਕਮਜ਼ੋਰ ਅਤੇ ਵਾਂਝੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ, ਪੈਨ ਕਾਰਡ, ਪਾਸਪੋਰਟ ਆਦਿ ਲਈ ਅਰਜ਼ੀ, ਆਧਾਰ ਕਾਰਡ ਵਿੱਚ ਸੁਧਾਰ, ਟੈਲੀਮੈਡੀਕਲ ਰਾਹੀਂ ਸਿਹਤ ਸੇਵਾਵਾਂ ਅਤੇ ਸਲਾਹ ਪ੍ਰਦਾਨ ਕਰਾਉਣਾ, ਹਰ ਤਰ੍ਹਾਂ ਦੇ ਪ੍ਰੀਮੀਅਮ ਜਮ੍ਹਾਂ ਕਰਾਉਣਾ, ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ, ਪੈਨਸ਼ਨ ਸੇਵਾ, DigiPay ਰਾਹੀਂ ਕਿਸੇ ਵੀ ਸਮੇਂ ਕਿਤੇ ਵੀ ਪੈਸੇ ਕਢਾਉਣ ਦੀ ਸਹੂਲਤ ਅਤੇ ਵਿਗਿਆਨਿਕ ਸੇਵਾ ਅਤੇ ਹੋਰ ਪਹਿਲ ਕਦਮੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਆਦਿ। CSC ਦਾ ਕੰਮ ਕਰਨ ਨਾਲ ਪੈਕਸ ਦਾ ਆਰਥਿਕ ਸਸ਼ਕਤੀਕਰਨ ਤੇ ਹੋਵੇਗਾ ਹੀ, ਇਸ ਦੇ ਨਾਲ ਹੀ ਲਗਭਗ 13 ਕਰੋੜ ਸਦੱਸਿਆਂ ਤੋਂ ਇਲਾਵਾ ਪਿੰਡਾਂ ਦੀ ਇੱਕ ਵੱਡੀ ਆਬਾਦੀ ਵੀ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਡਿਜੀਟਲ ਸੇਵਾਵਾਂ ਦਾ ਲਾਭ ਚੁੱਕ ਸਕਣਗੀਆਂ ਅਤੇ ਡਿਜੀਟਲ ਇੰਡੀਆ ਮੁਹਿੰਮ ਨਾਲ ਜੁੜ ਕੇ ਆਪਣੇ ਜੀਵਨ ਪੱਧਰ ਨੂੰ ਬਿਹਤਰ ਬਣਾ ਸਕਣਗੀਆਂ। ਇਸ ਨਾਲ ਹਰ ਪੈਕਸ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਪੈਕਸ ਦਾ ਇੱਕ ਬਹੁਤ ਵੱਡਾ ਨੈਟਵਰਕ ਹੈ ਅਤੇ ਇਹ ਪਿੰਡਾਂ ਵਿੱਚ ਖੁਸ਼ਹਾਲੀ ਲਿਆਉਣ ਦਾ ਇੱਕ ਵੱਡਾ ਜ਼ਰੀਆ ਬਣ ਸਕਦਾ ਹੈ। ਅਤੀਤ ਵਿੱਚ ਦੇਸ਼ ਦੇ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਸੂਦਖੋਰਾਂ ਅਤੇ ਸਾਹੂਕਾਰਾਂ ਦੇ ਜਾਲ ਤੋਂ ਬਚਾਉਣ ਵਿੱਚ ਇਸ ਦੀ ਵੱਡੀ ਭੂਮਿਕਾ ਰਹੀ ਹੈ। ਇਸ ਲਈ ਮੋਦੀ ਸਰਕਾਰ ਨੀਤੀਗਤ ਰਿਆਇਤਾਂ ਦੇ ਜ਼ਰੀਏ ਇਸ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸੰਸਥਾ ਨੂੰ ਉਤਸ਼ਾਹਿਤ ਕਰ ਰਹੀ ਹੈ।